ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪੰਜਵਾ। ਤੂੰ ਜਾਣਾ ਇਹ ਤਾ ਕੋਈ ਜਾਣੈ, ਤੇਰਾ ਦੀਆ ਨਾਮ ਵਖਾਣੈ। ਤੂੰ ਜਾਣਾ ਇਹ ਤਾ ਕੋਈ ਜਾਣੈ, ਤੇਰਾ ਦੀਆ ਨਾਮ ਵਖਾਣੈ। ਤੂੰ ਆਚਰਜ ਕੁਦਰਤ ਤੇਰੀ ਬਿਸਮਾ ਰਹਾਉ। ਤੁਧ ਆਪੇ ਕਾਰਨ ਆਪੇ ਕਰਨਾ, ਹੁਕਮੇ ਜੰਮਨ ਹੁਕਮੇ ਮਰਨਾ। ਨਾਮ ਤੇਰਾ ਮਨ ਤਨ ਆਧਾਰੀ, ਨਾਨਕ ਦਾਸ ਬਖਸ਼ੀਸ ਤੁਮਾਰੇ। ਨਾਮ ਤੇਰਾ ਮਨ ਤਨ ਆਧਾਰੀ, ਨਾਨਕ ਦਾਸ ਬਖਸ਼ੀਸ ਤੁਮਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਗੁਰੂ ਕਾ ਖਾਸ ਰੂਪ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਦੇਨ ਦੁਨੀਆਂ ਦੇ ਮਾਲਕ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਮ ਪਵਿੱਤਰ ਪਾਵਨ ਇਤਿਹਾਸਕ ਅਸਥਾਨ 'ਤੇ ਜੁਗੋ ਜੁਗਾ ਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਜੁੜ ਕੇ ਸਤਿਗੁਰਾਂ ਦੀ ਰੱਬੀ ਬਾਣੀ ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੱਜ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੰਪੂਰਨਤਾ ਦਿਵਸ ਹੈ। ਦਮਦਮਾ ਸਾਹਿਬ ਗੁਰੂ ਕਾਂਸ਼ੀ ਜਿਸ ਪਵਿੱਤਰ ਨਗਰੀ ਨੂੰ ਗੁਰਦੁਆਰਾ ਲਿਖਣਸਰ ਸਾਹਿਬ ਵਿਖੇ ਬਹਿ ਕੇ ਕਲਗੀਧਰ ਜੀ ਨੇ ਵਰ ਬਖਸ਼ਿਆ, ਕਿ ਇਹ ਗੁਰੂ ਕੀ ਕਾਂਸ਼ੀ ਹੈ। ਇੱਕ ਕਾਂਸ਼ੀ ਜਿਸ ਨੂੰ ਬਨਾਰਸ ਕਿਹਾ ਜਾਂਦਾ ਹੈ, ਵਿਦਿਆ ਦੀ ਨਗਰੀ ਹੈ। ਪਾਤਸ਼ਾਹ ਕਹਿੰਦੇ ਗੁਰੂ ਕੀ ਕਾਂਸ਼ੀ ਹੈ।
ਜਿਹੜੇ ਬੈਲ ਬੁੱਧੀ ਵਾਲੇ ਹੋਣਗੇ ਉਹ ਵੀ ਇੱਥੇ ਆ ਕੇ ਪੜ੍ਹ ਜਾਣਗੇ, ਵਿਦਵਾਨ ਹੋ ਜਾਣਗੇ। ਐਸੀ ਪਵਿੱਤਰ ਨਗਰੀ ਦਮਦਮਾ ਸਾਹਿਬ, ਜਿੱਥੇ 9 ਮਹੀਨਿਆਂ ਤੋਂ ਵੱਧ ਸਮਾਂ ਮਹਾਰਾਜ ਜੀ ਨੇ ਬਤੀਤ ਕੀਤਾ ਹੈ। ਜਦੋਂ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਕੁਝ ਸਮੇਂ ਲਈ ਸਤਿਗੁਰੂ ਜੀ ਇੱਥੇ ਆਏ, ਮਨ ਵਿੱਚ ਸੰਕਲਪ ਸੀ ਕਿ 9ਵੇਂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾਂ ਦਰਜ ਨਹੀਂ ਸੀ, ਕਿਉਂਕਿ 5ਵੇਂ ਪਾਤਸ਼ਾਹ ਨੇ ਜੋ ਸਰੂਪ ਮੜਾਇਆ ਉਹਦੇ ਵਿੱਚ ਕੇਵਲ 5ਵੇਂ ਪਾਤਸ਼ਾਹ ਤੱਕ ਸਤਿਗੁਰਾਂ ਦੀ ਬਾਣੀ ਹੈ। ਹੁਣ ਇਹਦੇ 'ਚ 9ਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਦਰਜ ਕੀਤਾ ਜਾਵੇ। ਉਸ ਵਕਤ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਮਹਾਰਾਜ ਜੀ ਨੇ ਆਪਣੇ ਪਾਸ ਸੱਦਿਆ। ਪਊਵਿੰਡ ਤੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਕਲਗੀਧਰ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਇੱਥੇ ਹੀ ਬਹਿ ਕੇ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਆਪਣੇ ਕੰਠ ਤੋਂ ਉਚਾਰਨ ਕੀਤੀ ਔਰ ਲਿਖਾਰੀ ਬਣ ਕੇ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਲਿਖੀ। ਬਾਬਾ ਦੀਪ ਸਿੰਘ ਜੀ ਜੋ ਉਸ ਵੇਲੇ ਨਾਲ ਸਹਾਇਕ ਵਜੋਂ ਸੇਵਾ ਕਰਦੇ ਰਹੇ, ਸਿਆਹੀ ਬਣਾਉਣੀ, ਕਲਮਾਂ ਘੜ ਕੇ ਲਿਆਉਣੀਆਂ, ਨਾਲ ਜੋ ਲਿਖਣ ਸਰ ਸਰੋਵਰ ਹੈ ਉਹ ਜਿਹੜੀਆਂ ਕਲਮਾਂ ਘਸ ਜਾਣੀਆਂ ਮਹਾਰਾਜ ਜੀ ਨੇ ਉਹਦੇ 'ਚ ਸੁੱਟ ਦੇਣੀਆਂ ਤੇ ਬਚਨ ਕਰਨਾ ਕਿ ਜਿਹੜਾ ਇੱਥੇ ਆ ਕੇ 35 ਅੱਖਰੀ ਲਿਖੇਗਾ ਉਹਨੂੰ ਬ੍ਰਹਮ ਵਿਦਿਆ ਦੀ ਪ੍ਰਾਪਤੀ ਹੋਵੇਗੀ। ਇਸ ਤਰ੍ਹਾਂ ਆਪਣੇ ਕੰਠ ਤੋਂ ਸਾਰਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਲਿਖਵਾਇਆ। ਉਸੇ ਪਵਿੱਤਰ ਪਾਵਨ ਸਰੂਪ ਦੇ 4 ਉਤਾਰੇ ਬਾਅਦ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਨੇ ਕੀਤੇ। ਇਸੇ ਬੀੜ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ। ਹੁਣ ਜਿਤਨੇ ਵੀ ਪ੍ਰਕਾਸ਼ ਹੁੰਦੇ ਨੇ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੇ, ਇਹ ਸਾਰੇ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਸੇ ਦਮਦਮੀ ਬੀੜ ਦੇ ਨਾਲ ਸੁਧਾਈ ਕਰਕੇ ਕੀਤੇ ਜਾਂਦੇ ਹਨ। ਕਿਉਂਕਿ ਸਰੂਪ ਹੋਰ ਵੀ ਬਹੁਤ ਲਿਖੇ ਗਏ, ਜਿਨ੍ਹਾਂ ਵਿੱਚ ਕੁਝ ਬਾਣੀਆਂ, ਕੁਝ ਸ਼ਬਦ ਵੱਧ ਘੱਟ ਵੀ ਸਨ। ਲਿਖਾਰੀਆਂ ਤਾਈਂ ਜਿਵੇਂ ਉਹ ਪਹੁੰਚਦੇ ਰਹੇ ਉਹ ਲਿਖਦੇ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਧਾਈ ਦਮਦਮਾ ਸਾਹਿਬ ਵਾਲੀ ਬੀੜ ਨਾਲ ਹੋਈ। ਇਸ ਕਰਕੇ ਮੁੱਢ ਦੇ ਵਿੱਚ ਆਪ ਜੀ ਨੇ ਕਦੇ ਦਰਸ਼ਨ ਕੀਤੇ ਹੋਣ ਤੇ ਲਿਖਿਆ ਹੁੰਦਾ ਹੈ, ਇਸ ਪਾਵਨ ਬੀੜ ਦੀ ਸੁਧਾਈ ਦਮਦਮੀ ਬੀੜ ਨਾਲ ਕੀਤੀ ਗਈ। ਦਮਦਮਾ ਸਾਹਿਬ ਵਿਖੇ ਮਹਾਰਾਜ ਜੀ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਖਵਾਇਆ, ਉੱਥੇ ਨਾਲ ਮੇਰੇ ਸਤਿਗੁਰੂ ਜੀ ਉਸ ਪਾਵਨ ਸਰੂਪ ਦੀ ਕਥਾ ਵੀ ਕਰਦੇ ਰਹੇ। ਸਿੰਘਾਂ ਨੂੰ ਗੁਰਬਾਣੀ ਦੇ ਅਰਥ ਪੜ੍ਹਾਏ ਔਰ ਅੱਗੇ ਅਰਥ ਪ੍ਰਣਾਲੀ ਜਿਹੜੀ ਸੰਪਰਦਾ ਹੈ ਉਹ ਮਹਾਰਾਜ ਜੀ ਨੇ ਚਲਾਈ। ਇੱਕ ਇਹੋ ਜਿਹਾ ਅਮੋਲਕ ਖਜ਼ਾਨਾ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਨੂੰ ਬਖਸ਼ਿਸ਼ ਕੀਤਾ, ਵਿੱਚ 9ਵੇਂ ਪਾਤਸ਼ਾਹ ਜੀ ਦੀ ਬਾਣੀ ਨੂੰ ਦਰਜ ਕੀਤਾ। ਕਿੰਨਾ ਸਤਿਕਾਰ ਰੱਖਿਆ ਵੱਡਿਆਂ ਦਾ,
ਕਿ ਕਲਗੀਧਰ ਨੇ ਆਪ ਵੀ ਬਾਣੀ ਉਚਾਰੀ ਹੈ, ਪਰ ਉਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ। ਉਹਨੂੰ ਵੱਖਰਿਆਂ ਰੱਖਿਆ ਨਿਮਰਤਾ ਭਾਵਨਾ ਸਹਿਤ। ਐਸੇ ਦੀਨ ਦਿਆਲ ਸਤਿਗੁਰੂ ਕਲਗੀਧਰ ਜੀ ਦਾ ਇਹ ਮਹਾਨ ਪਰਉਪਕਾਰ ਹੈ। ਰੋਮ ਰੋਮ ਕਰਕੇ ਸਤਿਗੁਰਾਂ ਦਾ ਕੋਟਾਨ ਕੋਟ ਕਰਕੇ ਸ਼ੁਕਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸੰਪੂਰਨਤਾ ਦਿਵਸ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਪਵਿੱਤਰ ਪਾਵਨ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਸਮੂਹ ਮਾਈ ਭਾਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਇਕਾਗਰਤਾ ਬਣਾਉਂਦੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਡ ਹੰਸ ਮਹੱਲਾ ਪੰਜਵਾ। ਤੂੰ ਜਾਣਾ ਤਾ ਕੋਈ ਜਾਣੈ। ਰਾਗ ਵਡਹੰਸ ਹੈ ਔਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਸਾਹਿਬ ਜੀ, ਤੁਸੀਂ ਜਣਾਉਂਦੇ ਹੋ ਤਾਂ ਜਾਣਿਆ ਜਾ ਸਕਦਾ ਹੈ। ਜਿਸਨੂੰ ਤੂੰ ਜਾਣਾਹੇ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣਾ। ਜਿਸ ਨੂੰ ਜਣਾਓ ਉਹ ਜਾਣਦਾ ਹੈ। ਨਹੀਂ ਤਾਂ ਲੋਕਾਂ ਵਾਸਤੇ ਤਾਂ ਰੱਬ ਇੱਕ ਗੁੰਝਲਦਾਰ ਬੁਝਾਰਤ ਹੀ ਹੈ। ਉਹ ਜਦੋਂ ਉਸ ਬੁਝਾਰਤ ਨੂੰ ਬੁੱਝਣ ਲਈ ਆਪਣਾ ਯਤਨ ਲਾਉਂਦੇ ਰਹੇ ਤੇ ਆਖਰਕਾਰ ਕਾਮਰੇਡ ਹੋ ਗਏ ਤੇ ਉਹਨਾਂ ਨੂੰ ਕਹਿਣਾ ਪਿਆ, ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆਂ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ। ਕਿਉਂਕਿ ਵਾਹਿਗੁਰੂ ਨੇ ਜਿਸ ਨੂੰ ਆਪਣੀ ਜਾਣਕਾਰੀ ਦੇਣੀ ਹੈ, ਜਿਸ ਨੂੰ ਆਪਣਾ ਆਪ ਜਣਾਉਣਾ ਹੈ, ਉਸੇ ਨੇ ਜਾਣਨਾ। ਹਰ ਕੋਈ ਨਹੀਂ ਜਾਣ ਸਕਦਾ। ਹਰ ਇੱਕ ਨੂੰ ਇਹ ਜਾਣਕਾਰੀ ਪ੍ਰਾਪਤ ਨਹੀਂ ਹੋ ਸਕਦੀ। ਜਨਮ ਸਾਖੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ। ਕੌਡੇ ਦੀ ਸਾਖੀ ਅਕਸਰ ਪੜ੍ਹਦੇ ਸੁਣਦੇ। ਜਦੋਂ ਭਾਈ ਮਰਦਾਨਾ ਜੀ ਨੂੰ ਕੌਡਾ ਪਕੜ ਕੇ ਤਪਦੇ ਹੋਏ ਤੇਲ ਦੇ ਕੜਾਹੇ 'ਚ ਤਲਣ ਵਾਸਤੇ ਸੁੱਟਣ ਲਈ ਤਿਆਰ ਹੋਇਆ, ਧੰਨ ਗੁਰੂ ਨਾਨਕ ਸਾਹਿਬ ਨੇ ਜਾ ਕੇ ਭਾਈ ਮਰਦਾਨੇ ਨੂੰ ਦਰਸ਼ਨ ਦਿੱਤੇ। ਭਾਈ ਮਰਦਾਨੇ ਨੂੰ ਦਰਸ਼ਨ ਹੋ ਰਹੇ ਨੇ, ਪਰ ਕੌਡੇ ਨੂੰ ਮਹਾਰਾਜ ਜੀ ਨਜ਼ਰ ਨਹੀਂ ਆ ਰਹੇ। ਉੱਥੇ ਹੀ ਮਰਦਾਨਾ ਹੈ, ਉੱਥੇ ਹੀ ਕੌਡਾ ਰਾਖਸ਼ ਹੈ, ਸਤਿਗੁਰੂ ਜੀ ਵੀ ਉੱਥੇ ਹੀ ਖੜੇ ਨੇ। ਪਰ ਕੌਡੇ ਨੂੰ ਨਹੀਂ ਦਿਸ ਰਹੇ, ਭਾਈ ਮਰਦਾਨੇ ਨੂੰ ਦਰਸ਼ਨ ਹੋ ਰਹੇ ਨੇ। ਇਹਦਾ ਮਤਲਬ ਆਪਣਾ ਸਵਰੂਪ ਉਸੇ ਨੂੰ ਜਣਾਉਂਦੇ ਨੇ ਜਿਸ ਤੇ ਤਰਸ ਕਰਦੇ ਨੇ। ਅਚਲ ਬਟਾਲੇ ਦੀ ਇੱਕ ਸਾਖੀ ਜਨਮ ਸਾਖੀ ਵਿੱਚ ਆਉਂਦੀ। ਅਚਲ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਸ਼ਿਵਰਾਤਰੀ ਦੇ ਮੇਲੇ ਤੇ ਆਏ। ਬੜਾ ਵੱਡਾ ਯੋਗੀਆਂ ਦਾ ਸਿੱਧਾਂ ਦਾ ਇੱਥੇ ਮੇਲਾ ਹੁੰਦਾ ਹੈ। ਸ਼ਿਵ ਜੀ ਦਾ ਮੰਦਿਰ ਹੈ। ਬੜੀ ਦੁਨੀਆ ਇਕੱਠੀ ਸੀ। ਬੜੇ ਸਿੱਧ ਇੱਥੇ ਪਹੁੰਚੇ ਹੋਏ ਆਪਣੀ ਪੂਜਾ ਕਰਾ ਰਹੇ। ਜਦੋਂ ਸਤਿਗੁਰੂ ਜੀ ਆਏ ਤੇ ਸਾਰੀ ਦੁਨੀਆ ਸਾਰੀ ਲੁਕਾਈ ਮਹਾਰਾਜ ਜੀ ਦੇ ਚਰਨੀ ਟਹਿ ਪਈ। ਸਿੱਧਾਂ ਨੇ ਆਪਣਾ ਹੀਣ ਭਾਵ ਵੇਖਿਆ। ਪਹਿਲਾਂ ਤਾਂ ਬੜੀਆਂ ਸ਼ਕਤੀਆਂ ਵਿਖਾਈਆਂ, ਮਹਾਰਾਜ ਜੀ ਨੇ ਸਾਰੀਆਂ ਹੀ ਖਿੱਚ ਲਈਆਂ। ਗੁਰਦੇਵ ਨੇ
ਕਹਿਣ ਲੱਗੇ ਜੀ ਅਸੀਂ ਪਹਿਲਾਂ ਲੁਕਦੇ ਹਾਂ, ਤੁਸੀਂ ਸਾਨੂੰ ਲੱਭੋ। ਮਹਾਰਾਜ ਜੀ ਦੀ ਕੌਂਸ ਹੀ ਗਈ, ਜਾ ਕੇ ਸਾਰੇ ਫੜ ਕੇ ਲੈ ਆਂਦੇ। ਪਾਤਸ਼ਾਹ ਕਹਿੰਦੇ ਹੁਣ ਅਸੀਂ ਅਲੋਪ ਹੁੰਨੇ ਆ, ਤੁਸੀਂ ਲੱਭੋ। ਨਾ ਲੱਭ ਸਕੋਗੇ ਤੇ ਫਿਰ ਜ਼ਮੀਨ ਤੇ 5 ਪੈਸੇ ਰੱਖ ਕੇ ਮੱਥਾ ਟੇਕਿਓ, ਅਸੀਂ ਪ੍ਰਗਟ ਹੋ ਜਾਾਂਗੇ। ਜਨਮ ਸਾਖੀ ਦਾ ਕਰਤਾ ਲਿਖਦਾ, ਸਤਿਗੁਰੂ ਜੀ ਵੇਖਦਿਆਂ ਇਹਨਾਂ ਦੇ ਗੁਪਤ ਹੋ ਗਏ, ਅਲੋਪ ਹੋ ਗਏ। 5 ਤੱਤਾਂ ਵਿੱਚ 5 ਤੱਤ ਮਿਲਾ ਦਿੱਤੇ। ਤਾਂ ਉਸ ਵਕਤ ਸਿੱਧ ਜ਼ੋਰ ਲਾ ਹਟੇ ਬਹੁਤ ਥਾਵਾਂ ਤੇ, ਕਿਉਂਕਿ ਉਹ ਵੀ ਕਰਾਮਾਤੀ ਸਿੱਧ ਸੀ। ਲੱਭਦੇ ਰਹੇ, ਭਾਲਦੇ ਰਹੇ, ਆਖਰਕਾਰ ਹਾਰ ਗਏ। ਫਿਰ ਜ਼ਮੀਨ ਤੇ ਆ ਕੇ 5 ਪੈਸੇ ਰੱਖ ਕੇ ਮੱਥਾ ਟੇਕਿਆ ਤੇ ਸਤਿਗੁਰਾਂ ਨੇ ਪ੍ਰਗਟ ਹੋ ਕੇ ਦਰਸ਼ਨ ਦਿੱਤੇ। ਕਹਿਣ ਤੋਂ ਭਾਵ ਕਿ ਆਪਣੇ ਯਤਨ ਨਾਲ ਕੋਈ ਜਾਣਨਾ ਚਾਹੇ ਨਹੀਂ ਜਾਣ ਸਕਦਾ, ਪਰ ਜਦੋਂ ਹਾਰ ਕੇ ਗੁਰੂ ਚਰਨਾਂ ਵਿੱਚ ਆਪਣਾ ਸੀਸ ਰੱਖ ਦਿੰਦਾ, ਸਮਰਪਣ ਹੋ ਜਾਂਦਾ, ਤਾਂ ਫਿਰ ਸਾਹਿਬ ਆਪਣਾ ਸਰੂਪ ਜਣਾ ਦਿੰਦੇ ਹਨ, ਫਿਰ ਆਪਣੀ ਜਾਣਕਾਰੀ ਬਖਸ਼ ਦਿੰਦੇ ਹਨ। ਮਹਾਰਾਜ, ਤੁਸੀਂ ਜਿਸ ਨੂੰ ਆਪਣਾ ਆਪ ਜਣਾਉਂਦੇ ਹੋ ਉਹੀ ਜਾਣਦਾ ਹੈ, ਹਰ ਕੋਈ ਨਹੀਂ ਜਾਣ ਸਕਦਾ। ਤੂੰ ਜਾਣ ਆਹੇ ਤਾਂ ਕੋਈ ਜਾਣੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਪਮਾ, ਸਤਿਗੁਰਾਂ ਦੀ ਵਡਿਆਈ, ਮਹਾਰਾਜ ਜੀ ਦੇ ਅੰਦਰ ਦੀ ਖਾਸੀਅਤ, ਸਤਿਗੁਰਾਂ ਦੇ ਗੁਣ, ਸਤਿਗੁਰਾਂ ਅੰਦਰ ਭਰੇ ਹੋਏ ਕੀਮਤੀ ਰਤਨ, ਇਹ ਸਾਰ ਸਾਨੂੰ ਕਿੰਨਿਆਂ ਕੁ ਨੂੰ ਹੈ। ਬਹੁਤ ਸਾਰੇ ਲੋਕ ਐਸੇ ਵੀ ਹੋਣਗੇ ਜਿਨ੍ਹਾਂ ਲਈ ਧਰਮ ਗ੍ਰੰਥ ਵਪਾਰ ਦਾ ਵਿਸ਼ਾ ਹੁੰਦੇ ਹੈ। ਉਹਨਾਂ ਦੀ ਕਿਰਤ ਹੈ, ਉਹਨਾਂ ਦਾ ਵਪਾਰ ਹੈ, ਉਹਨਾਂ ਦਾ ਧੰਦਾ ਹੈ। ਪਰ ਉਸੇ ਧਰਮ ਗ੍ਰੰਥਾਂ ਵਿੱਚੋਂ ਬਹੁਤ ਸਾਰੇ ਸ਼ੁਭ ਭਾਵਨਾ ਵਾਲੇ ਲੋਕ ਅਨੇਕਾਂ ਸ਼ੁਭ ਗੁਣਾਂ ਨੂੰ ਪ੍ਰਾਪਤ ਕਰਦੇ ਨੇ, ਕਿਉਂਕਿ ਉਹਨਾਂ ਨੂੰ ਮਹਾਰਾਜ ਜੀ ਨੇ ਆਪਣੀ ਮਹੱਤਤਾ, ਆਪਣੀ ਵਡਿਆਈ ਜਣਾ ਦਿੱਤੀ ਹੈ, ਉਹਨਾਂ ਨੂੰ ਆਪਣੀ ਸੋਭਾ ਜਣਾ ਦਿੱਤੀ। ਤੁਸੀਂ ਆਪਣਾ ਸਰੂਪ ਜਿਸ ਨੂੰ ਜਣਾਉਂਦੇ ਹੋ ਮਹਾਰਾਜ, ਉਹ ਜਾਣਦਾ ਹੈ, ਹਰ ਕੋਈ ਨਹੀਂ ਜਾਣ ਸਕਦਾ। ਹਾਂਜੀ। ਤੇਰਾ ਦੀਆ ਨਾਮ ਵਖਾਣੈ। ਮਹਾਰਾਜ ਜੀ, ਤੁਹਾਡਾ ਦਿੱਤਾ ਹੋਇਆ ਅੰਮ੍ਰਿਤ ਨਾਮ ਮੈਂ ਆਪਣੀ ਰਸਨਾ ਤੋਂ ਵਖਾਣਦਾ ਹਾਂ, ਉਚਾਰਦਾ ਹਾਂ। ਤੁਹਾਡਾ ਦਿੱਤਾ ਹੋਇਆ, ਤੁਹਾਡੇ ਦਿੱਤੇ ਹੋਏ ਅੰਮ੍ਰਿਤ ਨਾਮ ਨੂੰ ਆਪਣੀ ਰਸਨਾ ਤੋਂ ਵਖਾਣਦਾ ਹਾਂ। ਇਹ ਨਾਮ ਤੁਹਾਡਾ ਬਖਸ਼ਿਆ ਹੋਇਆ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਸਾਨੂੰ ਵਡਮੁੱਲੇ ਗੁਰਮੰਤਰ ਦੀ ਦਾਤ ਬਖਸ਼ਿਸ਼ ਕੀਤੀ। ਪਰਮੇਸ਼ਰ ਦਾ ਜੋ ਨਾਮ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਾਨੂੰ ਗੁਰਮੰਤਰ ਵਜੋਂ ਦਿੱਤਾ ਹੈ, ਗੁਰੂ ਖਾਲਸਾ ਜੀ, ਇਸ ਗੁਰਮੰਤਰ ਦੇ ਤੁਲ ਸਾਡੇ ਲਈ ਹੋਰ ਕੁਝ ਵੀ ਨਹੀਂ। ਇਹ ਸਭ ਤੋਂ ਸ੍ਰੇਸ਼ਟ ਹੈ, ਸਭ ਤੋਂ ਸਰਵੋਤਮ ਹੈ। ਤੋ ਸਾਹਿਬ ਨੇ ਤਰਸ ਕੀਤਾ, ਸਾਨੂੰ ਇਹ ਨਾਮ ਦਿੱਤਾ। ਮਹਾਰਾਜ, ਤੁਹਾਡੇ ਹੀ ਦਿੱਤੇ ਹੋਏ ਇਸ ਅੰਮ੍ਰਿਤ ਨਾਮ ਨੂੰ ਮੈਂ ਆਪਣੀ ਰਸਨਾ ਤੋਂ ਵਖਾਣਦਾ ਹਾਂ, ਯਾਨੀ ਕਿ ਉਚਾਰਨ ਕਰਦਾ ਹਾਂ। ਤੋ ਆਚਰਜ ਕੁਦਰਤ ਤੇਰੀ ਬਿਸਮਾ। हे ਮੇਰੇ ਸੁਆਮੀ, ਤੂੰ ਅਸਚਰਜ ਹੈ, ਅਸਚਰਜ, ਔਰ ਤੇਰੀ ਇਹ ਕੁਦਰਤ ਬਿਸਮਾਦ ਹੈ, ਬਿਸਮਾਦ। ਤੂੰ ਆਪ ਅਸਚਰਜ ਸਰੂਪ ਹੈ ਔਰ ਤੇਰੀ ਇਹ ਕੁਦਰਤ ਵੀ ਬਿਸਮਾਦ ਹੈ। ਸਭ ਪਾਸੇ ਬਿਸਮਾਦ ਹੀ ਹੈ, ਅਸਚਰਜ। ਵਾਹ, ਅਦਭੁਤ। ਜਦੋਂ ਕਿਹਾ ਜਾਂਦਾ ਵਾਹ ਅਦਭੁਤ, ਅਸਚਰਜ, ਉਸੇ ਨੂੰ ਕਿਹਾ ਗੁਰਮੁਖੀ ਚ ਬਿਸਮਾਦ। ਤੂੰ ਵੀ ਅਸਚਰਜ ਹੈ ਔਰ ਤੇਰੀ ਕੁਦਰਤ ਵੀ ਵਿਸਮਾਦ ਹੈ, ਅਸਚਰਜ। ਹਾਂਜੀ। ਰਹਾਉ
ਤੁਧ ਆਪੇ ਕਾਰਣ ਆਪੇ ਕਰਨਾ। हे ਵਾਹਿਗੁਰੂ, ਤੂੰ ਆਪ ਹੀ ਸਾਰੇ ਜਗਤ ਦਾ ਕਾਰਨ ਹੈ ਔਰ ਆਪ ਹੀ ਸਾਰੇ ਜਗਤ ਨੂੰ ਕਰਨ ਵਾਲਾ ਕਰਤਾ ਹੈ। ਸਭ ਕੁਝ ਕਰਨ ਤੇ ਕਰਾਉਣ ਦੀ ਸਮਰੱਥਾ ਤੇਰੇ ਹੱਥ ਵਿੱਚ ਹੈ। ਅਕਸਰ ਇਹ ਸਵਾਲ ਕਈਆਂ ਜਗਿਆਸੂਆਂ ਦੇ ਹਿਰਦਿਆਂ 'ਚ ਉਪਜਦਾ ਹੈ ਕਿ ਜੇ ਸਾਰਾ ਕੁਝ ਉਹੀ ਕਰਾ ਰਿਹਾ ਹੈ, ਮਨੁੱਖ ਦੇ ਜੀਵ ਦੇ ਵੱਸ ਕੁਝ ਹੈ ਹੀ ਨਹੀਂ, ਫਿਰ ਮੰਦੇ ਚੰਗੇ ਕੰਮ ਵੀ ਤਾਂ ਉਹੀ ਕਰਾਉਂਦਾ, ਫਿਰ ਬੰਦਾ ਕੀ ਕਰੇ, ਮਨੁੱਖ ਕੀ ਕਰੇ? ਕਰਾ ਹੀ ਹੋ ਰਿਹਾ। ਜੇ ਕਿਤੇ ਇਹ ਬਿਰਤੀ ਬਣ ਜਾਏ ਕਿ ਉਹੀ ਸਭ ਕੁਝ ਕਰਾ ਰਿਹਾ ਹੈ, ਫਿਰ ਤਾਂ ਬਾਤ ਬਣ ਗਈ। ਪਰ ਬੰਦਾ ਅਕਸਰ ਕਈ ਵਾਰ ਆਪਣੇ ਆਪ ਨੂੰ ਇੱਕ ਪ੍ਰਕਾਰ ਦਾ ਕਾਨੂੰਨੀ ਦਾ ਪੇਚ ਬਣਾ ਕੇ ਛੁਡਾਉਣਾ ਚਾਹੁੰਦਾ ਵੀ ਸਭ ਕੁਝ ਉਹੀ ਕਰਾਉਂਦਾ ਜੀ, ਮਾੜੇ ਕੰਮ ਵੀ ਚੰਗੇ ਸਾਡੇ ਕੀ ਵੱਸ ਹੈ। ਪਰ ਉਹ ਬੰਦੇ ਰੋਂਦੇ ਤੇ ਕੁਰਲਾਉਂਦੇ ਵੀ ਵੇਖੇ ਜਾਂਦੇ ਨੇ ਜਦੋਂ ਕੋਈ ਦੁੱਖ ਆਉਂਦਾ, ਜਦੋਂ ਕੋਈ ਤਕਲੀਫ ਆਉਂਦੀ ਹੈ, ਫਿਰ ਉਹ ਘਬਰਾਏ ਹੋਏ ਵੀ ਦਿਸਦੇ ਨੇ। ਫਿਰ ਉਦੋਂ ਇਹ ਬਿਰਤੀ ਕਿਉਂ ਨਹੀਂ ਹੁੰਦੀ ਵੀ ਸਭ ਕੁਝ ਉਹੀ ਕਰਾ ਰਿਹਾ ਹੈ, ਮੇਰੇ ਕੀ ਵੱਸ ਹੈ? ਫਿਰ ਤਾਂ ਉਦੋਂ ਵੀ ਰਾਜੀ ਰਹਿਣਾ ਚਾਹੀਦਾ। ਫਿਰ ਤਾਂ ਉਦੋਂ ਵੀ ਸੰਤੁਸ਼ਟ। ਇਹ ਇੱਕ ਅਵਸਥਾ ਹੈ ਜਿੱਥੇ ਪਹੁੰਚ ਕੇ ਇਹ ਅਵਸਥਾ ਬਣ ਜਾਂਦੀ ਹੈ ਵੀ ਸਭ ਕੁਝ ਉਹੀ ਕਰ ਰਿਹਾ ਤੇ ਉਹੀ ਕਰਾ ਰਿਹਾ ਹੈ, ਮੇਰੇ ਵੱਸ ਕੁਝ ਨਹੀਂ, ਸੁਤੰਤਰ ਹੋ ਜਾਣਾ। ਹੁਣ ਜਿਸ ਨੂੰ ਪੜ੍ਹਾਇਆ ਜਾਵੇ ਵੀ ਊੜਾ ਊਂਠ ਹੈ, ਉਹਦੀ ਸ਼ੁਰੂਆਤ ਹੈ, ਉਹਨੇ ਤਾਂ ਉੱਥੋਂ ਹੀ ਚੱਲਣਾ। ਪਰ ਅੱਗੇ ਜਾ ਕੇ ਹਮੇਸ਼ਾ ਊੜਾ ਊਂਠ ਨਹੀਂ ਰਹਿੰਦਾ। ਜਿਵੇਂ ਜਿਵੇਂ ਉਹ ਬਾਲਕ ਵੱਡਾ ਹੁੰਦਾ, ਪ੍ਰੌੜ ਹੁੰਦਾ, ਉਹਨੂੰ ਊੜੇ ਤੋਂ ਹੋਰ ਮਿਲਦੀ ਹੈ। ਅਸੀਂ ਸਿੱਧੀ ਛਾਲ ਮਾਰ ਕੇ ਉੱਥੇ ਪਹੁੰਚਣਾ ਚਾਹੁੰਦੇ ਹਾਂ, ਅਸੀਂ ਊੜਾ ਊਂਠ ਨਹੀਂ ਸਿੱਖਣਾ ਚਾਹੁੰਦੇ। ਪਤਾ ਹੀ ਨਹੀਂ, ਸਾਡੀ ਛਲਾਂਗ ਹੁੰਦੀ ਹੈ ਸਿੱਧੀ ਉਸ ਤੁਰੀਆ ਪਦ ਵਿੱਚ ਜੀ, ਸਭ ਕੁਝ ਉਹੀ ਕਰਾ ਰਿਹਾ ਹੈ। ਜੇ ਸਭ ਕੁਝ ਉਹੀ ਕਰਾ ਰਿਹਾ ਹੈ, ਉਹੀ ਚੰਗੇ ਕੰਮ ਕਰਾਉਂਦਾ, ਉਹੀ ਮਾੜੇ ਕਰਾਉਂਦਾ, ਸਾਡੇ ਬਸ ਹੈ ਹੀ ਨਹੀਂ, ਤੇ ਫਿਰ ਦੁੱਖ ਤੇ ਸੁੱਖ ਦੇ ਵਿੱਚ ਵੀ ਇਹੀ ਬਿਰਤੀ ਰਹਿਣੀ ਚਾਹੀਦੀ ਹੈ ਵੀ ਉਹੀ ਕਰਾ ਰਿਹਾ। ਤੱਤੀ ਤਵੀ ਤੇ ਬੈਠਿਆਂ ਵੀ ਤੇ ਗੱਦੀ ਤੇ ਬੈਠਿਆਂ ਵੀ। ਉਸ ਵੇਲੇ ਫਿਰ ਇਹ ਅਵਸਥਾ ਕਿਉਂ ਨਹੀਂ ਰਹਿੰਦੀ? ਇੱਕ ਅਪੜਾ ਐਸਾ ਆਉਂਦਾ ਹੈ ਜਿੱਥੇ ਪਹੁੰਚ ਕੇ ਇਹ ਜੀਵ ਸਾਰੇ ਕਰਮਾਂ ਤੋਂ ਸੁਤੰਤਰ ਹੋ ਜਾਂਦਾ। ਉਹ ਚੰਗਾ ਕਰਮ ਹੋਵੇ, ਕੋਈ ਮਾੜਾ ਕਰਮ ਹੋਵੇ, ਉਹਨਾਂ ਦੋਨਾਂ ਤੋਂ ਸੁਤੰਤਰ ਹੋ ਜਾਂਦਾ, ਵੱਖਰਾ ਹੋ ਜਾਂਦਾ ਵੀ ਨਾ ਹਮ ਕੀਆ ਨਾ ਕਰਹਾਂਗੇ ਨਾ ਕਰ ਸਕੈ ਸਰੀਰ। ਜਦੋਂ ਬਿਲਕੁਲ ਨਿਸ਼ਕਾਮ ਹੋ ਜਾਏ, ਉਹ ਇੱਕ ਐਸਾ ਪੜਾਅ ਆਉਂਦਾ, ਇੱਕ ਐਸੀ ਅਵਸਥਾ ਆਉਂਦੀ ਹੈ। ਇੱਕ ਵਾਰ ਇੱਕ ਸੱਜਣ ਕਹਿਣ ਲੱਗਾ ਵੀ ਭੱਦੇ ਕਰਮ ਕਰਦਾ, ਕਹਿੰਦਾ ਰੱਬ ਕਰਾਉਂਦਾ ਜੀ, ਮੈਂ ਕੀ ਕਰਾਂ, ਮੇਰੇ ਕੀ ਵੱਸ ਹੈ। ਲਾਗੇ ਕੋਈ ਵਿਅਕਤੀ ਸੀ, ਉਹਨੇ ਖਿੱਚ ਕੇ ਚਪੇੜ ਮਾਰੀ। ਉਹ ਕਹਿੰਦਾ ਤੇਰੀ ਕੀ ਮਜਾਲ ਮੈਨੂੰ ਚਪੇੜ ਮਾਰਦਾ। ਉਹ ਕਹਿੰਦਾ ਮੇਰੇ ਕੋਲੋਂ ਵੀ ਰੱਬ ਨੇ ਮਰਵਾਈ ਆ, ਮੈਂ ਕੀ ਕਰਾਂ। ਤੇ ਤੈਨੂੰ ਵੀ ਹੁਣ ਇਹੀ ਸਮਝਣਾ ਚਾਹੀਦਾ ਵੀ ਰੱਬ ਨੇ ਹੀ ਮਰਵਾਈ ਆ ਇਹਦੇ ਕੋਲੋਂ ਚਪੇੜ, ਤੇ ਹੁਣ ਮੈਂ ਕੀ ਕਰਾਂ। ਇੱਕ ਵਿਦਵਾਨ ਦਾ ਬੜਾ ਸੁੰਦਰ ਕਥਨ ਹੈ। ਉਹ ਕਹਿੰਦਾ ਅਸੀਂ ਦੋ ਪੈਰਾਂ ਤੇ ਖੜੇ ਹਾਂ। ਕਿਹਾ ਗਿਆ ਕਿ ਇੱਕ ਪੈਰ ਚੁੱਕ ਲਓ, ਇੱਕ ਤੇ ਖਲੋਣਾ। ਹੁਣ ਅਸੀਂ ਸੱਜਾ ਚੁੱਕ ਲਈਏ ਚਾਹੇ ਖੱਬਾ ਚੁੱਕ ਲਈਏ, ਸਾਡੇ ਤੇ ਨਿਰਭਰ ਹੈ। ਖੱਬਾ ਪੈਰ ਚੁੱਕ ਕੇ
ਹੁਣ ਜੇ ਅਸੀਂ ਆਖੀਏ ਕਿ ਸੱਜਾ ਪੈਰ ਵੀ ਆਪਣਾ ਚੁੱਕ ਲਈ, ਉਹ ਸਾਡੇ ਵੱਸ ਨਹੀਂ ਹੈ। ਇਸੇ ਤਰ੍ਹਾਂ ਜਦੋਂ ਵੀ ਅਸੀਂ ਕੋਈ ਕਰਮ ਕਰਦੇ ਹਾਂ, ਪਰਮਾਤਮਾ ਪਹਿਲਾਂ ਆਵਾਜ਼ ਮਾਰਦਾ, ਸੱਜਣਾ ਇਹ ਮਾੜਾ ਕਰਮ ਹੈ, ਨਾ ਕਰੀ। ਪਰ ਅਸੀਂ ਜਦੋਂ ਕਰਦੇ ਹਾਂ ਫਿਰ ਉਹਦਾ ਫਲ ਸਾਡੇ ਵੱਸ ਨਹੀਂ ਰਹਿੰਦਾ। ਫਲ ਫਿਰ ਪਰਮੇਸ਼ਰ ਨੇ ਦੇਣਾ, ਅਕਾਲ ਪੁਰਖ ਨੇ ਦੇਣਾ। ਕਰਨ ਵਾਲਾ ਤੇ ਕਰਾਉਣ ਵਾਲਾ ਪਰਮੇਸ਼ਰ ਹੈ, ਅਕਾਲ ਪੁਰਖ ਹੈ। ਉਸ ਤੋਂ ਬਿਨਾਂ ਕੋਈ ਦੂਜਾ ਨਹੀਂ। ਤੂੰ ਆਪ ਹੀ ਸਾਰੇ ਜਗਤ ਦਾ ਕਾਰਨ ਹੈ। ਤੂੰ ਆਪ ਹੀ ਸਾਰੇ ਜਗਤ ਨੂੰ ਕਰਨ ਵਾਲਾ, ਸਾਰੇ ਸੰਸਾਰ ਦਾ ਕਰਤਾ ਵੀ ਤੂੰ ਹੀ ਹੈ। ਹਾਂਜੀ। ਹੁਕਮੇ ਜੰਮਣ ਹੁਕਮੇ ਮਰਨਾ। ਮਹਾਰਾਜ ਤੁਹਾਡੇ ਹੀ ਹੁਕਮ ਦੇ ਵਿੱਚ ਜੀਵ ਜੰਮਦੇ ਨੇ, ਤੁਹਾਡੇ ਹੀ ਹੁਕਮ ਦੇ ਵਿੱਚ ਮਰ ਜਾਂਦੇ ਨੇ। ਹੁਕਮ ਹੁੰਦਾ ਜੰਮ ਪੈਂਦਾ, ਹੁਕਮ ਹੁੰਦਾ ਮਰ ਜਾਂਦਾ। ਹੁਕਮ 'ਚ ਪਰਾਲਬਧ ਦੇ ਮੁਤਾਬਕ ਸਾਨੂੰ ਜ਼ਿੰਦਗੀ ਮਿਲਦੀ ਹੈ, ਜੀਵਨ ਮਿਲਦਾ। ਕਰਮਾਂ ਦੀ ਫਿਲਾਸਫੀ ਮੈਂ ਅਕਸਰ ਕਈ ਵਾਰੀ ਆਪ ਜੀ ਨਾਲ ਸਾਂਝੀ ਕਰਦਾ ਹਾਂ। ਸਿਮਰਤੀ ਵਿੱਚ ਲੈ ਆਓ। ਕਰਮ 3 ਪ੍ਰਕਾਰ ਦੇ ਹੁੰਦੇ ਨੇ, ਕਿਰਿਆਮਾਨ, ਸੰਚਿਤ ਔਰ ਪ੍ਰਾਰਬਧ। ਜੋ ਪ੍ਰਾਰਬਧ ਕਰਮ ਨੇ ਉਹਦੇ ਕਰਕੇ ਸਾਨੂੰ ਇਹ ਸਰੀਰ ਮਿਲਿਆ। ਪ੍ਰਾਰਬਧ ਕਰਮਾਂ ਦੀ ਇਹ ਦੇਹ। ਕੁਝ ਜਮ੍ਹਾਂ ਕਰਮ ਪਏ ਨੇ ਪਿਛਲੇ ਜਨਮਾਂ ਦੇ, ਉਹਨੂੰ ਕਹਿੰਦੇ ਆ ਸੰਚਿਤ ਕਰਮ। ਕੁਝ ਅੱਗੇ ਲਈ ਜਿਹੜੇ ਅਸੀਂ ਨਾਲ ਨਾਲ ਕਰ ਰਹੇ ਹਾਂ, ਉਹ ਹਨ ਕਿਰਿਆਮਾਨ ਕਰਮ। ਕਿਰਿਆਮਾਨ ਕਰਮ ਵੀ ਦਗਧ ਹੋ ਸਕਦੇ ਨੇ ਰੱਬ ਦੀ ਬੰਦਗੀ ਕੀਤਿਆਂ। ਸੰਚਿਤ ਕਰਮ ਵੀ ਨਸ਼ਟ ਭ੍ਰਸ਼ਟ ਹੋ ਸਕਦੇ ਨੇ ਇਬਾਦਤ ਕੀਤਿਆਂ। ਪਰ ਜੋ ਪਰਾਲਬਧ ਹੈ ਉਹ ਭੋਗਣੀ ਪਵੇਗੀ। ਪਰਾਲਬਧ ਦੇ ਕਿਉਂਕਿ ਜਿਹੜਾ ਤੀਰ ਕਮਾਨ ਦੇ ਵਿੱਚੋਂ ਨਿਕਲ ਗਿਆ, ਉਹ ਤਾਂ ਹੁਣ ਨਿਕਲ ਗਿਆ, ਕਿਸੇ ਨਿਸ਼ਾਨੇ ਤੇ ਜਾਣਾ ਹੀ ਜਾਣਾ, ਉਹਨੇ ਤਾਂ ਲੱਗਣਾ ਹੀ ਹੈ ਕਿਤੇ। ਉਹ ਨਿਕਲ ਗਿਆ, ਉਹਨੂੰ ਰੋਕਿਆ ਨਹੀਂ ਜਾ ਸਕਦਾ। ਜਿਹੜਾ ਤੀਰ ਤੰਦੀ ਤੇ ਚਾੜਿਆ ਹੋਇਆ, ਉਹਨੂੰ ਵੀ ਰੋਕਿਆ ਜਾ ਸਕਦਾ। ਜਿਹੜੇ ਤੀਰ ਪੱਥੇ 'ਚ ਪਾਏ ਹੋਏ ਨੇ, ਉਹ ਵੀ ਤੋੜੇ ਜਾ ਸਕਦੇ ਨੇ, ਰੋਕੇ ਜਾ ਸਕਦੇ ਨੇ। ਜਿਹੜੇ ਪੱਥੇ 'ਚ ਪਾਏ ਹੋਏ ਨੇ, ਉਹ ਸੰਚਿਤ ਕਰਮ ਨੇ ਕਈ ਜਨਮਾਂ ਦੇ। ਜਿਹੜਾ ਹਾਲੇ ਕਮਾਨ ਦੀ ਤੰਦੀ ਤੇ ਚਾੜਿਆ ਹੋਇਆ, ਹਾਲੇ ਚਲਾਇਆ ਨਹੀਂ ਹੈ, ਉਹ ਕਿਰਿਆਮਾਨ ਨੇ, ਜਿਹੜੇ ਹੁਣ ਅਸੀਂ ਇਸ ਸਰੀਰ ਵਿੱਚ ਕਰ ਰਹੇ ਹਾਂ। ਇਹ ਵੀ ਖਤਮ ਹੋ ਸਕਦੇ ਨੇ। ਜੋ ਪੱਥੇ 'ਚ ਪਾਏ ਹੋਏ ਨੇ ਉਹ ਵੀ ਖਤਮ ਹੋ ਸਕਦੇ ਨੇ। ਪਰ ਇੱਕ ਤੀਰ ਜਿਹੜਾ ਚੱਲ ਕੇ ਨਿਕਲ ਚੁੱਕਾ ਹੈ ਕਮਾਨ 'ਚੋਂ, ਉਹ ਹੈ ਸਾਡਾ ਇਹ ਸਰੀਰ, ਜੋ ਪਰਾਲਬਧ ਦੇ ਮੁਤਾਬਕ ਸਾਨੂੰ ਪ੍ਰਾਪਤ ਹੋਇਆ। ਪਰਾਲਬਧ ਦੇ ਮੁਤਾਬਕ ਹੀ ਸਾਨੂੰ ਜੀਵਨ ਮਿਲਦਾ, ਦਿਨ ਮਿਲਦੇ ਨੇ, ਸਵਾਸ ਮਿਲਦੇ ਨੇ, ਸਰੀਰ ਮਿਲਦੀ ਹੈ, ਕਾਇਆ ਮਿਲਦੀ ਹੈ। ਪ੍ਰਾਰਬਧ। ਪ੍ਰਾਰਬਧ ਕਰਮਾਂ ਦੀ ਇਹ ਦੇਹ ਹੈ। ਕਿੰਨੀ ਉਮਰ ਮਿਲਣੀ ਆ, ਉਹ ਵੀ ਪ੍ਰਾਰਬਧ ਕਰਮਾਂ ਮੁਤਾਬਕ ਪ੍ਰਮਾਤਮਾ ਨੇ ਸੁਨਿਸ਼ਚਿਤ ਕਰ ਦੇਣਾ। ਜਾਂ ਇਸ ਤਰ੍ਹਾਂ ਕਹਿ ਲਈਏ, ਇੱਕ ਬੀਜ ਜੋ ਬੀਜਿਆ ਜਾ ਚੁੱਕਾ ਹੈ, ਹੁਣ ਉਹ ਕੱਟਣਾ ਪੈਣਾ, ਵੱਢਣਾ ਪੈਣਾ। ਤੋ ਪ੍ਰਾਰਬਧ ਕਰਮ ਬੀਜਿਆ ਹੋਇਆ ਬੀਜ, ਇਹਦੇ ਮੁਤਾਬਕ ਹੀ ਜੀਵ ਨੂੰ ਜਨਮ ਮਿਲਦਾ। ਕਿਹੋ ਜਿਹੇ ਘਰਾਣੇ 'ਚ ਮਿਲਣਾ, ਕਿਹੋ ਜਿਹੇ ਪਰਿਵਾਰ ਵਿੱਚ ਮਿਲਣਾ, ਉਹ ਸਾਡੇ ਕਰਮਾਂ ਉੱਤੇ ਜੋ ਅਸੀਂ ਕੀਤੇ ਨੇ ਉਹਦੇ ਮੁਤਾਬਕ। ਬਹੁਤ ਹੀ ਮੰਦੇ ਤੇ ਭੈੜੇ ਕਰਮ ਹੋਣ, ਤੇ ਕਈ ਵਾਰ ਬੜੇ ਬੜੇ ਭਿਆੜੇ ਤੇ ਭਿਆਨਕ ਪਰਿਵਾਰਾਂ ਵਿੱਚ, ਜਿੱਥੇ ਹਮੇਸ਼ਾ ਸਾਕਤਤਾਈ, ਮਨਮੁਖਤਾਈ ਹੁੰਦੀ, ਉੱਥੇ ਜਨਮ ਹੋ ਜਾਂਦਾ। ਚੰਗੇ ਕਰਮ ਹੋਣ ਤੇ ਚੰਗੇ ਪਰਿਵਾਰ ਵਿੱਚ ਜਨਮ ਹੋ ਜਾਂਦਾ। ਪਰ ਕਈ ਵਾਰ ਕੁਝ ਮਾੜੇ ਕਰਮਾਂ ਦਾ ਫਲ ਕਿਸੇ ਹਰਨਾਕਸ਼ ਵਰਗੇ ਦਾਨਵ ਦੇ ਘਰ ਵਿੱਚ ਜਨਮ ਹੋਣ ਕਰਕੇ ਪ੍ਰਾਪਤ ਹੁੰਦਾ। ਪਰ ਕੁਝ ਚੰਗੇ ਕਰਮ ਵੀ ਹੁੰਦੇ ਨੇ ਕਿ ਹਰਨਾਕਸ਼ ਦੇ ਘਰ ਪੈਦਾ ਹੋ ਕੇ ਵੀ ਪ੍ਰਹਿਲਾਦ ਬਣ ਸਕਦਾ, ਉਹ ਵੀ ਨਾਲ ਚੱਲਦੇ। ਤੋ ਇਸੇ ਪ੍ਰਕਾਰ
ਪ੍ਰਾਰਬਧ ਕਰਮਾਂ ਮੁਤਾਬਕ ਹੀ ਸਾਨੂੰ ਜਨਮ ਮਿਲਦਾ ਹੈ, ਆਯੂ ਮਿਲਦੀ ਹੈ, ਸਵਾਸ ਮਿਲਦੇ ਨੇ, ਸ਼ੌਹਰਤ, ਸੰਸਾਰ ਦੇ ਵਿੱਚ ਜੋ ਕੁਝ ਵੀ ਪ੍ਰਾਪਤ ਹੁੰਦਾ ਉਹ ਪ੍ਰਾਰਬਧ ਕਰਮਾਂ ਦਾ ਫਲ ਹੈ। ਉਹਦੇ ਮੁਤਾਬਕ ਅੱਗੇ ਕਰਮ ਚੱਲ ਰਹੇ ਨੇ। ਜੇ ਨਿਰੰਕਾਰ ਦੀ ਇਬਾਦਤ ਵਿੱਚ ਪ੍ਰਵਿਰਤ ਹੈ, ਅਰਦਾਸਾਂ ਬੇਨਤੀਆਂ ਕਰਦਾ ਮਹਾਰਾਜ ਜੋੜ ਲਓ, ਸਾਡੇ ਵੱਸ ਤਾਂ ਕੁਝ ਵੀ ਨਹੀਂ, ਅਖਤਿਆਰ ਤਾਂ ਕੁਝ ਵੀ ਨਹੀਂ, ਮਿੰਨਤਾਂ ਕਰਦਾ ਮਹਾਰਾਜ ਜੋੜ ਲਓ ਆਪਣੇ ਚਰਨਾਂ ਨਾਲ, ਤਾਂ ਅੱਗੇ ਵਾਸਤੇ ਉਹ ਲੇਖਾ ਜੋਖਾ ਸਾਫ਼ ਹੁੰਦਾ ਚਲਿਆ ਜਾਂਦਾ ਹੈ। ਇੱਕ ਦਿਨ ਇਤਨਾ ਲੇਖਾ ਸਾਫ਼ ਹੋ ਜਾਂਦਾ ਹੈ ਕਿ ਫਿਰ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਉਹਦੇ ਹੁਕਮ 'ਚ ਹੀ ਜੰਮਦਾ, ਉਸ ਦੇ ਹੁਕਮ 'ਚ ਹੀ ਮਰਨਾ ਹੈ। ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਨਾਮ ਤੇਰਾ ਮਨ ਤਨ ਆਧਾਰੀ। ਹੇ ਵਾਹਿਗੁਰੂ, ਤੇਰਾ ਨਾਮ ਹੀ ਮੇਰੇ ਮਨ ਔਰ ਮੇਰੇ ਤਨ ਦਾ ਆਧਾਰ ਹੈ। ਤੇਰਾ ਨਾਮ ਹੀ ਮੇਰੇ ਮਨ ਤਨ ਦਾ ਆਸਰਾ ਹੈ, ਮੇਰੇ ਮਨ ਔਰ ਤਨ ਦਾ ਆਧਾਰ ਹੈ। ਨਾਨਕ ਦਾਸ ਬਖਸ਼ਿਸ਼ ਤੁਮਾਰੀ। ਮਹਾਰਾਜ ਜੀ, ਮੈਂ ਤੁਹਾਡੇ ਚਰਨਾਂ ਦਾ ਦਾਸ ਹਾਂ, ਸੇਵਕ ਹਾਂ। ਮੇਰੇ ਤੇ ਆਪ ਜੀ ਦੀ ਬਖਸ਼ਿਸ਼ ਹੈ। ਮਹਾਰਾਜ, ਮੈਨੂੰ ਤੁਹਾਡੀ ਬਖਸ਼ਿਸ਼ ਚਾਹੀਦੀ ਹੈ। ਰਾਖ ਰਾਖ ਮੇਰੇ ਬੀਠੋਲਾ, ਰਾਖ ਰਾਖ ਮੇਰੇ ਬੀਠੋਲਾ। ਰਾਖ ਰਾਖ ਮੇਰੇ ਬੀਠੋਲਾ, ਰਾਖ ਰਾਖ ਮੇਰੇ ਬੀਠੋਲਾ। ਰਾਖ ਰਾਖ ਮੇਰੇ ਬੀਠਲਾ, ਰਾਖ ਰਾਖ ਮੇਰੇ ਬੀਠੋਲਾ। ਰਾਖ ਰਾਖ ਮੇਰੇ ਬੀਠੋਲਾ, ਰਾਖ ਰਾਖ ਮੇਰੇ ਬੀਠੋਲਾ। ਮਹਾਰਾਜ, ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਬਖਸ਼ਿਸ਼ ਹੈ।